ਮੈਂ ਨਾ ਆਪਣਾ ਇੱਕ ਹੋਰ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ ਹੁਣ ਦਾ ਕਿ ਸਾਨੂੰ ਨਾ ਜਿਵੇਂ ਅੱਜ ਟਿਊਜ਼ਡੇ ਆ ਹੈ ਨਾ, ਕੱਲ੍ਹ ਵੈਨਸਡੇ ਹੈ, ਸਾਨੂੰ ਅੱਜ ਕੱਲ੍ਹ ਨਾ ਆਫਿਸ 'ਚ ਬੁਲਾਉਣ ਲੱਗ ਗਏ। ਕਹਿੰਦੇ ਵੀ ਤੁਸੀਂ ਵਨਸ ਇਨ ਅ ਵੀਕ ਆਓ। ਹਜੇ ਤੱਕ ਤਾਂ ਵਰਕ ਫਰੋਮ ਹੋਮ ਚੱਲਦਾ ਸੀਗਾ ਅਤੇ ਕਿਹਾ ਹੋਇਆ ਸੀ ਕਿ ਹਾਈਬ੍ਰਿਡ ਮਾਡਲ ਹੈ, ਮਤਲਬ ਹਾਈਬ੍ਰਿਡ ਮਤਲਬ ਜਦੋਂ ਮਰਜ਼ੀ ਤੁਸੀਂ ਆਉਣਾ ਚਾਹੋ ਤਾਂ ਆ ਜਾਓ, ਜੇ ਨਹੀਂ ਤੁਸੀਂ ਕੰਫਰਟੇਬਲ ਫੀਲ ਕਰਦੇ ਆਫਿਸ 'ਚ ਘਰੋਂ ਕੰਮ ਕਰ ਲਓ, ਹੈ ਨਾ। ਅਤੇ ਪਿਛਲੇ ਹਫ਼ਤੇ ਨਾ ਸਾਡੀ ਜਿਹੜੀ ਮੈਨੇਜਰ ਹੈ ਉਹਨੇ ਕਿਹਾ ਕਿ ਮਤਲਬ ਗੱਲਾਂ ਗੱਲਾਂ ਦੇ ਵਿੱਚ ਜਿਵੇਂ ਗੁਰੇ ਕਹਿੰਦੇ ਹੁੰਦੇ ਨੇ ਡਿਪਲੋਮੈਟਿਕਲੀ ਜਾਂ ਹਾਂ, ਕਿ ਤੁਸੀਂ ਇੱਕ ਵਾਰ ਤਾਂ ਆਉਂਦੇ ਹੋ, ਤੁਸੀਂ ਨਾ ਆਪਣੀ ਟੀਮ ਨੂੰ ਵੀ ਕਹੋ ਵੀ ਇੱਕ ਵਾਰ ਆਇਆ ਕਰਨ ਹਫ਼ਤੇ 'ਚ ਨਾ ਵੈਨਸਡੇ ਨੂੰ ਆਇਆ ਕਰਨ। ਅਤੇ ਉਹ ਕਾਫੀ ਫੋਰਸਫੁਲੀ ਕਿਹਾ ਉਹਨੇ, ਮਤਲਬ ਕਿ ਯੂ ਸ਼ੁਡ ਟੈਲ ਯੂਅਰ ਟੀਮ ਮੈਂਬਰਸ ਦੈਟ ਦੇ ਸ਼ੁਡ ਸਰਟਨਲੀ ਕਮ ਵਨਸ ਇਨ ਅ ਵੀਕ ਟਾਈਪਸ, ਫਿਰ ਕਹਿੰਦੀ ਮੈਨੇਜਰ ਜਿਹੜੇ ਨੇ ਨਾ ਉਹ ਤਾਂ ਘੱਟੋ ਘੱਟ 2 ਵਾਰ ਆਉਣ, ਟੀਮ ਭਾਵਾਂ ਦੀ ਹਜੇ 1 ਵਾਰ ਆਏ, ਉਹ ਭਾਵਾਂ ਦੀ 2 ਵਾਰ ਆਉਣ, ਹੈ ਨਾ। ਅਤੇ ਉਹ ਤਾਂ ਚਲੋ ਕਹਿ ਕੂ ਕੇ ਚਲੇ ਗਈ ਸਾਡੀ ਜਿਹੜੀ ਮੈਨੇਜਰ ਸੀ। ਪਿੱਛੋਂ ਦੀ ਨਾ ਸਾਰੇ ਜਿਹੜੇ ਅਸੀਂ ਲੋਕ ਹੁਣ ਹੈਗੇ ਇੰਨੇ ਕੰਫਰਟੇਬਲ ਹੋਏ ਹੋਏ ਆ ਵਰਕ ਫਰੋਮ ਹੋਮ ਕਰਕੇ, ਅਤੇ ਅਸੀਂ ਖੁਸਰ ਫੁਸਰ ਜਿਹੇ ਕਰਨ ਲੱਗੇ, ਇੱਕ ਦੂਜੇ ਨਾਲ ਗੱਲਾਂ ਗੁੱਲਾਂ ਜਿਹੀ ਕਰਨ ਲੱਗੇ ਵੀ ਕਿਉਂ ਸਾਨੂੰ ਬੁਲਾਈ ਜਾਂਦੇ ਨੇ ਆਫਿਸ 'ਚ, ਹੈ ਨਾ। ਅਤੇ ਵੀ ਸਾਡਾ ਤਾਂ ਮੰਨਣਾ ਇਹ ਸੀਗਾ ਕਿ ਇਹ ਤਾਂ ਵਿਨ ਵਿਨ ਸਿਚੁਏਸ਼ਨ ਹੈ ਦੋਨੋਂ ਸਾਈਡ ਦੀ, ਵੀ ਸਾਨੂੰ ਵੀ ਫਾਇਦਾ ਹੈ, ਸਾਡਾ ਤੇਲ ਨਹੀਂ ਲੱਗਦਾ, ਗੈਸ ਨਹੀਂ ਲੱਗਦੀ ਆਫਿਸ ਜਾਣ ਨੂੰ, ਕੱਪੜੇ ਨਹੀਂ ਖਰੀਦਣੇ ਪੈਂਦੇ, ਹੈ ਨਾ, ਵੀ ਘਰੇ ਤੁਸੀਂ ਆਪਣੀ ਡਰੈਸਿਸ ਪਾ ਕੇ ਘਰ ਦੀਆਂ ਬੈਠੇ ਰਹੋ, ਅਤੇ ਹੋਰ ਵੀ ਫਾਇਦੇ ਨੇ, ਥੋੜ੍ਹਾ ਟਾਈਮ ਵੀ ਬਚਦਾ ਹੈ, ਉੱਧਰ ਟਾਈਮ ਸੇਵ ਹੁੰਦਾ ਹੈ, ਅਤੇ ਉੱਧਰ ਕੰਪਨੀ ਵਾਲਿਆਂ ਦਾ ਵੀ ਖਰਚਾ ਬਚਦਾ ਹੋਊਗਾ, ਉਹਨਾਂ ਦਾ ਵੀ ਐਡਮਿਨ ਕੋਸਟ ਬਚਦੀ ਹੈ, ਸਾਰਾ ਕੁਛ, ਹੈ ਨਾ। ਅਤੇ ਵੀ ਕਾਹਨੂੰ ਸਾਨੂੰ ਬੁਲਾਈ ਜਾਂਦੇ ਨੇ। ਫਿਰ ਮੈਂ ਨਾ ਅੱਜ ਵੀਡੀਓ ਦੇਖੀ, ਇੱਕ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਸੀ ਮੈਂ ਆਪਣੇ ਤੇ ਗਰੁੱਪ 'ਚ, ਕਿ ਬੇਸਿਕਲੀ ਇਹ ਮਸਲਾ ਇਕੋਨਮੀ ਦਾ, ਜਿਹਦੇ 'ਚ ਕੀ ਕਹਿੰਦੇ ਨੇ ਵੀ ਕਿਉਂਕਿ ਐਂਪਲੋਈ ਆਫਿਸ ਨਹੀਂ ਜਾਂਦੇ, ਇਸ ਕਰਕੇ ਪੈਸੇ ਨਹੀਂ ਖਰਚਦੇ, ਇਸ ਕਰਕੇ ਜੀ ਸਾਰੀ ਇਕੋਨਮੀ ਡਾਊਨ ਹੋਈ ਜਾਂਦੀ ਹੈ ਨਾ। ਅਤੇ ਫਿਰ ਮੈਂ ਸੋਚਿਆ, ਮੈਂ ਕਿਹਾ ਇਹ ਤਾਂ ਫਿਰ ਬੰਦਾ ਇਕੋਨਮੀ ਵਾਸਤੇ ਹੁੰਦਾ ਕਿ ਇਕੋਨਮੀ ਬੰਦੇ ਵਾਸਤੇ ਹੁੰਦੀ ਹੈ। ਇੰਨੇ ਲੋਕਾਂ ਨੂੰ ਡਿਸਕੰਫਰਟ ਦੇ ਕੇ ਉਹਨਾਂ ਨੂੰ ਜ਼ਬਰਦਸਤੀ ਧੱਕੇ ਨਾਲ ਤੁਸੀਂ ਆਫਿਸ 'ਚ ਬੁਲਾ ਰਹੇ ਹੋ, ਜੋ ਕਿ ਇੱਦਾਂ ਲੱਗਦਾ ਕਿ ਨੈਚੁਰਲੀ ਹੁਣੇ ਸੂਟ ਨਹੀਂ ਕਰਦਾ। ਇਹ ਜਿਹੜਾ ਸਾਰਾ ਸਿਸਟਮ ਬਣਿਆ ਹੋਇਆ ਨਾ ਭੱਜ ਦੌੜ ਦਾ, ਕਿ ਭੱਜੋ ਭੱਜੋ ਬਸਤੇ ਚੱਕ ਕੇ ਆਫਿਸ ਵੱਲ ਭੱਜੋ, ਸ਼ਾਮ ਨੂੰ ਵਾਪਿਸ ਆਓ, ਬਿਜ਼ੀ ਰਹੋ ਸਾਰਾ ਦਿਨ, ਤੁਹਾਨੂੰ ਆਪਣੇ ਲਈ ਟਾਈਮ ਹੀ ਨਾ ਮਿਲੇ, ਹੈ ਨਾ। ਇਹ ਮਾਡਲ ਨੈਚੁਰਲ ਜਾਂ ਨਹੀਂ ਹੈਗਾ, ਇਹ ਧੱਕਾਸ਼ਾਹੀ ਮੈਨੂੰ ਮਾਡਲ ਲੱਗਦਾ। ਇਹ ਕੀ ਕਹਿੰਦੇ ਹੋ ਤੁਸੀਂ ਇਸ ਬਾਰੇ, ਤੁਹਾਡਾ ਕੀ ਐਕਸਪੀਰੀਅੰਸ ਹੈ? ਬੇਸਿਕਲੀ ਕੀ ਆ ਗਈ ਨਾ, ਕੋਈ ਵੀ ਸੋਲਿਊਸ਼ਨ ਜੇ ਟੈਕਨੋਲੋਜੀ ਜਦੋਂ ਨਵਾਂ ਕੁਛ ਰਿਸਰਚਰ ਕੁਛ ਕੱਢਦਾ ਤਾਂ ਰਿਸਰਚਰ ਹਮੇਸ਼ਾ ਹੀ ਉਸ ਨੂੰ ਇਸ ਤਰੀਕੇ ਨਾਲ ਪੇਸ਼ ਕਰਦਾ ਕਿ ਇਹ ਸੋਲਿਊਸ਼ਨ ਆ ਇਹ, ਠੀਕ ਆ। ਅਤੇ ਪਰ ਜਿਹੜਾ ਸੋਲਿਊਸ਼ਨ ਹੁੰਦਾ ਉਹ ਰਿਸਰਚਰ ਦੇ ਮਾਈਂਡ ਦਾ ਸੋਲਿਊਸ਼ਨ ਆ। ਫੋਰ ਐਗਜ਼ਾਮਪਲ ਰਤਨ ਟਾਟਾ ਨੇ ਜਾ ਰਿਹਾ ਸੀ, ਰਤਨ ਟਾਟਾ, ਤਾਂ ਉਹਨੇ ਦੇਖਿਆ ਕਿ ਮੇਰੇ ਨਾਲ ਇੱਕ ਚੇਤਕ ਸਕੂਟਰ ਦੇ ਉੱਤੇ ਇੰਡੀਅਨ ਪਰਿਵਾਰ ਬੈਠਾ ਸੀਗਾ, ਜਿਸ 'ਚ ਬੰਦਾ ਸੀ, ਜਨਾਨੀ ਸੀ, ਉਹਨਾਂ ਦੇ 2 ਬੱਚੇ ਸੀਗੇ, ਤੇ ਉਹ ਟੰਗੇ ਹੋਏ ਸੀ, ਹਾਂ ਟੰਗੇ ਹੋਏ ਸੀ ਬਾਹਰ, ਹਾਂ ਮੀਂਹ 'ਚ ਭਿੱਜ ਰਹੇ ਸੀਗੇ। ਤਾਂ ਉਹਨੂੰ ਲੱਗਿਆ ਕਿ ਹਾਏ ਜੇ ਇਸ ਟਾਈਮ ਗਿਰ ਗਏ ਵਿਚਾਰਿਆਂ ਦਾ ਕੀ, ਇਹ ਵਿਚਾਰੇ ਕਿੰਨੀ, ਦੇਖੋ ਮੈਂ ਕਿੰਨੇ ਆਰਾਮ ਨਾਲ ਗੱਡੀ 'ਚ ਬੈਠਾ, ਇਹ ਗਿਰ ਵੀ ਸਕਦੇ ਨੇ, ਸਲਿੱਪ ਵੀ ਹੋ ਸਕਦੇ ਨੇ। ਅਤੇ ਉਹ ਕਹਿੰਦਾ ਲਿਟਰਲੀ ਕਹਿੰਦਾ ਅੱਗੇ ਆ ਕੇ ਚੌਂਕ 'ਤੇ ਗਿਰ ਗਏ, ਅਤੇ ਕਹਿੰਦਾ ਮੈਨੂੰ ਇੰਨਾ ਦਿਲ 'ਤੇ ਲੱਗੀ ਕਿ ਯਾਰ ਮੇਰੇ ਇੰਨਾ ਵੱਡਾ ਅੰਪਾਇਰ ਖੜ੍ਹਾ ਕੀਤਾ, ਮੈਂ ਇੱਕ ਆਮ ਬੰਦੇ ਨੂੰ ਕੀ ਦਿੱਤਾ, ਠੀਕ ਆ। ਅਤੇ ਉਹਨੇ ਐਜ਼ ਅ ਚੈਲੰਜ ਉਹਨੇ 1 ਲੱਖ ਰੁਪਏ 'ਚ ਇੱਕ ਕਾਰ ਕੱਢੀ, ਜੋ ਕਿ ਸਭ ਕਹਿੰਦੇ ਸੀਗੇ ਕਿ ਇੰਪੋਸੀਬਲ ਆ, ਵਰਲਡ ਚੀਪੈਸਟ ਕਾਰ, ਅਤੇ ਉਹਨੇ ਨਾਮ ਵੀ ਦੇਤਾ ਉਹਨੂੰ ਵਰਲਡ ਚੀਪੈਸਟ ਕਾਰ, ਠੀਕ ਆ। ਹੁਣ ਇਹ ਰਤਨ ਟਾਟਾ ਦਾ ਸੋਲਿਊਸ਼ਨ ਸੀਗਾ, ਹੈ, ਪਰ ਉਹੀ ਮੁਲਕ ਨੇ ਉਸ ਕਾਰ ਨੂੰ ਐਕਸੈਪਟ ਨਹੀਂ ਕੀਤਾ, ਕਿਉਂਕਿ ਉਸ ਮੁਲਕ ਦਾ ਕਾਰ ਨੂੰ ਲੈ ਕੇ ਇਹ ਕਾਰ ਉਸ ਕੋਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਸੋਲਿਊਸ਼ਨ ਕਾਰ ਨਹੀਂ ਹੈਗਾ। ਉਹਨਾਂ ਦਾ ਜੋ ਕਾਰ ਹੈਗਾ ਕਿ ਮੇਰਾ ਰੁਤਬਾ ਕੀ ਆ ਸਮਾਜ ਦੇ ਵਿੱਚ, ਤਾਂ ਉਹੀ ਹਾਂ ਉਹੀ ਲੋਕਾਂ ਨੇ। ਹੁਣ ਦੇਖੋ, ਤੁਸੀਂ ਦੇਖੋ ਦੋਨੋਂ ਬੰਦੇ ਪ੍ਰੋਬਲਮ ਸੋਲਵਿੰਗ ਕਰ ਰਹੇ ਨੇ। ਇੱਕ ਬੰਦਾ ਪ੍ਰੋਬਲਮ ਸੋਲਵ ਕਰ ਰਿਹਾ ਕਿ ਸਹੂਲਤ ਦੀ, ਇੱਕ ਬੰਦਾ ਪ੍ਰੋਬਲਮ ਸੋਲਵ ਕਰ ਰਿਹਾ ਕਿ ਮੇਰਾ ਇੱਜ਼ਤ ਮਾਣ ਕੀ ਆ, ਸਮਝ ਰਹੇ ਹੋ। ਤਾਂ ਦੋਨੋਂ ਆਪਣੀ ਜਗ੍ਹਾ ਸਹੀ ਨੇ। ਹੁਣ ਤੁਸੀਂ ਕਈ ਲੋਕ ਨੇ ਜਿਹੜੇ ਕਿ ਪ੍ਰੋਬਲਮ ਸੋਲਵਿੰਗ ਕਰ ਰਹੇ ਹੋ ਇਸ ਗੱਲ ਦੀ ਕਿ ਸਾਨੂੰ ਸਹੂਲਤ ਅੱਛੀ ਮਿਲ ਰਹੀ ਆ, ਠੀਕ ਆ। ਹੁਣ ਉਸੇ ਟਾਈਮ 'ਤੇ ਬਹੁਤ ਲੋਕ ਇਸ ਟਾਈਪ ਦੀ ਪ੍ਰੋਬਲਮ ਸੋਲਵਿੰਗ ਕਰ ਰਹੇ ਨੇ ਕਿ ਇਹਦੇ ਨਾਲ ਸਮਾਜ ਦੇ ਵਿੱਚ ਜੋ ਸਿਸਟਮ ਚੱਲ ਰਿਹਾ ਸੀਗਾ, ਜੋ ਇੱਕ ਉਹਦੇ ਵਿੱਚ ਹੋਰਾਂ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ। ਨਹੀਂ, ਪਰ ਇਹਦਾ ਤੈਨੂੰ ਰਿਲੇਸ਼ਨ ਹੈ ਵਰਕ ਫਰੋਮ ਹੋਮ ਦੇ ਨਾਲ, ਤੂੰ ਕਿਵੇਂ ਬਣਾ ਰਿਹਾ ਇਹਦਾ ਰਿਲੇਸ਼ਨ? ਮੈਂ ਉਹੀ ਕਹਿ ਰਿਹਾ ਨਾ, ਵਰਕ ਫਰੋਮ ਹੋਮ ਜਿਵੇਂ ਤੁਸੀਂ ਲੋਕ ਦੇਖ ਰਹੇ ਹੋ, ਇਹ ਇੱਕ
ਫਿਜ਼ੀਕਲ ਪ੍ਰੋਬਲਮ ਸੋਲਵਿੰਗ ਕਰ ਰਹੇ ਹੋ, ਤੁਸੀਂ ਫਿਜ਼ੀਕਲੀ ਜਾ ਨਹੀਂ ਰਹੇ ਕਿਤੇ ਵੀ ਹੈ, ਤੇ ਤੁਸੀਂ ਘਰੋਂ ਕੰਮ ਕਰ ਰਹੇ ਹੋ, ਤੁਸੀਂ ਸੋਲੂਸ਼ਨ ਜੋ ਕੰਪਨੀ ਤੁਹਾਤੋਂ ਚਾਹੁੰਦੀ ਸੀ ਤੁਸੀਂ ਉਹ ਕੰਪਨੀ ਨੂੰ ਸੋਲੂਸ਼ਨ ਕੱਢ ਕੇ ਦੇਤਾ ਵਰਕ ਫਰੋਮ ਹੋਮ ਦੇ ਵਿੱਚ, ਠੀਕ ਆ। ਪਰ ਇਹਦੇ ਨਾਲ ਜਿਹੜਾ ਇੱਕ ਓਵਰਆਲ ਇਕਨੋਮੀ ਇੱਕ ਸੀਗੀ ਜੁੜੀ ਵੀ ਸਾਰੀ, ਉਹਦੇ ਵਿੱਚ ਟੈਕਸੀ ਡਰਾਈਵਰਸ ਸੀਗੇ, ਕਾਫੀ ਸ਼ਾਪਸ ਸੀਗੀਆਂ, ਗਾਰਮੈਂਟ ਰਿਟੇਲਰ ਬੈਠੇ ਸੀਗੇ, ਬਹੁਤ ਇੱਕ ਤਾਣਾ ਬਾਣਾ ਥੱਲੇ ਸਿਸਟਮ ਸੀਗਾ ਜੋ ਕਿ ਇਮੋਸ਼ਨਲ ਸੇਲਸ ਕਰ ਰਿਹਾ। ਹੁਣ ਇੱਕ ਕੈਫੇ ਕਾਫੀ ਡੇ ਇੱਕ ਇਮੋਸ਼ਨਲ ਸੇਲ ਆ, ਸਮਝ ਰਹੇ ਹੋ? ਨਹੀਂ, ਪਰ ਉਹ ਇਹ ਸਾਰੀਆਂ ਚੀਜ਼ਾਂ ਵੀ ਸਾਡੇ ਵਾਸਤੇ ਸੀਗੀਆਂ ਨਾ, ਕੰਜ਼ਿਊਮਰ ਵਾਸਤੇ ਸੀਗੀਆਂ, ਪਰ ਇਹ ਤਾਂ ਫਿਰ ਆਪਣੀ ਜੇਲ੍ਹ ਹੀ ਹੋ ਗਈ ਨਾ, ਆ ਮਿੱਠੀ ਜੇਲ੍ਹ ਆਪਣੇ ਟੌਪਿਕ ਨਾਲ ਹੀ ਰਲ ਗਈ ਇਹ ਚੀਜ਼ ਵੀ। ਅਸੀਂ ਤਾਂ ਫਿਰ ਜੇਲ੍ਹ 'ਚ ਹੀ ਬੰਦ ਹੋ ਗਏ, ਮਤਲਬ ਅਸੀਂ ਉਹਨਾਂ ਲਈ ਕੰਮ ਕਰਨਾ ਹੈ ਕਿ ਉਹ ਚੀਜ਼ਾਂ ਨੇ ਸਾਡੇ ਲਈ ਕੰਮ ਕਰਨਾ ਹੈ ਨਾ, ਫਿਰ ਸਾਡੀ ਕਨਵੀਨੀਅੰਸ ਨਹੀਂ ਨਾ ਬਣੀ ਉਹ ਚੀਜ਼ਾਂ ਦੇ ਨਾਲ। ਇੱਕ ਵੱਡਾ ਕੁਐਸਚਨ ਕਰਦੀ ਆ ਕਿ ਗੌਰਮੈਂਟ ਦੀਆਂ ਸਾਰੀਆਂ ਪਾਲਿਸੀ ਤੁਹਾਨੂੰ ਇੱਕ ਵਧੀਆ ਲਾਈਫ ਦੇਣ ਵਾਸਤੇ ਹੁੰਦੀਆਂ ਨੇ, ਹੈ ਨਾ, ਇਹ ਹੈ ਨਾ ਓਵਰਆਲ ਕਿ ਜਿਹੜਾ ਸੋਸਾਇਟੀ ਬਣੀ ਹੈ ਆਪਣੀ ਸਾਰੀ, ਇਹ ਆਪਾਂ ਨੂੰ ਇੱਕ ਵਧੀਆ ਜ਼ਿੰਦਗੀ ਦੇਣ ਵਾਸਤੇ ਬਣੀਆਂ ਨੇ ਕਿ ਆਪਾਂ ਸੇਫ ਰਹੀਏ, ਵਧੀਆ ਰਹੀਏ, ਇੰਜੋਏ ਕਰੀਏ ਆਪਣੇ ਟਾਈਮ ਨੂੰ, ਹੈ ਨਾ, ਜਿੰਨੀ ਦੇਰ ਆਪਾਂ ਜਿਉਂਦੇ ਹਾਂ। ਅਤੇ ਹੁਣ ਇਹ ਸਿਸਟਮ ਨੂੰ ਮੇਨਟੇਨ ਕਰਨ ਵਾਸਤੇ ਜਿਹੜਾ ਕਿ ਬਣਾਇਆ ਸੀ ਕਿਸੇ ਟਾਈਮ ਆਪਣੀ ਕਨਵੀਨੀਅੰਸ ਵਾਸਤੇ, ਸਾਨੂੰ ਇਨਕਨਵੀਨੀਅੰਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਨਹੀਂ ਤੁਸੀਂ ਆਫਿਸ ਆਓ, ਤੁਸੀਂ ਇਹ ਕੰਮ ਕਰੋ ਜਿਵੇਂ ਤੁਸੀਂ ਕਰਦੇ ਆਏ ਹੋ ਸਦੀਆਂ ਤੋਂ, ਹੈ ਨਾ, ਅਤੇ ਇਹ ਤਾਂ ਫਿਰ ਕੰਟਰਾਡਿਕਟਰੀ ਚੀਜ਼ ਹੋ ਗਈ ਨਾ। ਤੁਹਾਡਾ ਕਨਵੀਨੀਅੰਸ, ਤੁਹਾਡਾ ਇਨਕਨਵੀਨੀਅੰਸ ਡਿਪੈਂਡ ਕਰਦਾ ਕਿ ਤੁਸੀਂ ਕਿਸ ਜੌਬ 'ਚੋਂ। ਜੇ ਤੁਸੀਂ ਉਹ ਕੈਫੇ ਕਾਫੀ ਡੇ ਦੇ ਮਾਲਿਕ ਹੋ ਜਾਂ ਤੁਸੀਂ ਉੱਥੇ ਕੰਮ ਕਰ ਰਹੇ ਹੋ, ਤੁਹਾਨੂੰ ਲੇ ਆਫ ਕਰ ਦਿੱਤਾ ਜਾਊਗਾ ਕਿਉਂਕਿ ਹੁਣ ਘਰੇ ਕਾਫੀ ਮਸ਼ੀਨ ਤੁਹਾਡੀ ਕਾਫੀ ਬਣਾ ਰਹੀ ਆ ਤੇ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਇੰਪਲੋਈ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਇਹ ਕਮੋਡਿਟੀ ਦੀ ਪ੍ਰੋਬਲਮ ਇਹ ਆ ਕਿ ਵੋਲਿਊਮ ਸੈਂਟਰਿਕ ਆ। ਜਿਵੇਂ ਇੱਕ ਟਰੱਕ ਡਰਾਈਵਰ ਇੰਡੀਆ ਦੇ ਵਿੱਚ ਜਦੋਂ ਟਰੱਕ ਚਲਾਉਂਦਾ ਤਾਂ ਉਹ ਹਾਰਡਲੀ 10-15 ਹਜ਼ਾਰ ਰੁਪਇਆ ਕਮਾਉਂਦਾ, ਤੇ ਉਹੀ ਕੈਨੇਡਾ ਤੇ ਜਾ ਕੇ 1.5 ਲੱਖ 2 ਲੱਖ ਰੁਪਇਆ ਆਰਾਮ ਨਾਲ ਕਮਾ ਲੈਂਦਾ। ਰੀਜ਼ਨ ਕੀ ਕਿ ਉਹਦੇ ਟਰੱਕ ਦਾ ਸਾਈਜ਼ ਹੋਇਆ, ਉਹਦਾ ਸਕਿੱਲ ਸੈੱਟ 'ਚ ਕੋਈ ਜ਼ਿਆਦਾ ਚੇਂਜ ਨਹੀਂ ਆਇਆ। ਤੇ ਕੱਲ ਨੂੰ ਇਹੀ ਕੰਮ ਜਦੋਂ ਇੱਕ ਟ੍ਰੇਨ ਕਰਨ ਲੱਗ ਜੂਗੀ ਤਾਂ ਇੱਕ ਟ੍ਰੇਨ ਘੱਟੋ ਘੱਟ 50 ਟਰੱਕ ਡਰਾਈਵਰ ਵਿਹਲੇ ਕਰ ਦੂਗੀ ਤੇ ਸਕੇਲ ਹੋਰ ਵੱਧ ਜੂਗਾ, ਸਮਝ ਰਹੇ ਹੋ। ਤਾਂ ਹੌਲੀ ਹੌਲੀ ਜਿਹੜੇ ਲੋਕ ਇਸ ਇਕਨੋਮੀ ਸਿਸਟਮ 'ਚੋਂ ਬਾਹਰ ਹੋਣਗੇ, ਮੰਨ ਕੇ ਚੱਲੋ ਕਿ ਇੱਕ ਰੇਲਵੇ ਜਦੋਂ ਟਰੱਕਿੰਗ ਨੂੰ ਓਵਰਟੇਕ ਕਰ ਜੂਗੀ, ਜੋ ਕਿ ਹੋ ਜੂਗਾ, ਮਤਲਬ ਇਹ ਤਾਂ ਸਿਰਫ ਇੱਕ ਸਿਸਟਮ ਆ ਆਲਰੇਡੀ ਬਣਿਆ ਹੋਇਆ ਹੈਗਾ, ਤੇ ਜਦੋਂ ਕਰੂਗੀ ਤਾਂ 50 ਜਿਹੜੇ 49 ਟਰੱਕ ਡਰਾਈਵਰਸ ਨੇ ਉਹ ਵਿਹਲੇ ਹੋਣਗੇ ਤਾਂ ਉਹ ਕੀ ਕਰਨਗੇ? ਉਹ ਜਿਹੜੀ ਰੇਲਵੇ ਨੂੰ ਸੰਭਾਲ ਰਿਹਾ ਕੋਈ ਜਾਣਾ, ਉਸ ਦੀ ਜ਼ਿੰਦਗੀ ਅੱਛੀ ਕਰਨ ਵਾਸਤੇ ਕੁਝ ਕਰਨਗੇ ਤਾਂ ਉਹਨਾਂ ਦੀ ਵੈਲਿਊ ਪਊਗੀ, ਸਮਝ ਗਏ? ਠੀਕ ਆ। ਤਾਂ ਜੇ ਉਹ ਫਿਰ ਸਾਰਾ ਜ਼ੋਰ ਲਗਾ ਦੇਣਗੇ ਕਿ ਅਸੀਂ ਉਹ ਕੰਮ ਕਰੀਏ ਜਿਹਦੇ 'ਚ ਕਿ ਉਹ ਅਮੀਰ ਬੰਦੇ ਦੇ ਬਾਲ ਕੱਟੂ, ਕੋਈ ਉਹਦੇ ਨਹੁੰ ਪੋਲਿਸ਼ ਕਰੂ, ਠੀਕ ਆ, ਕੋਈ ਉਹਦੀ ਮਸਾਜ ਕਰੂ, ਇਹ ਸੈਗਮੈਂਟਸ ਉੱਭਰ ਕੇ ਆਉਣਗੇ ਇਕਨੋਮੀ ਦੇ ਵਿੱਚ, ਜਿਹਨੂੰ ਕਹਿ ਦਿੰਦੇ ਆ ਕਿ ਲਗਜ਼ਰੀ ਨਹੀਂ ਹੈਗੀ ਪਰ ਇਹ ਇਮੋਸ਼ਨਲ ਸੈਗਮੈਂਟਸ ਨੇ, ਕ੍ਰੀਏਟੀਵਿਟੀ ਸੈਗਮੈਂਟ, ਕੋਈ ਉਹਦੇ ਵਾਸਤੇ ਫਿਲਮ ਬਣਾਊਗਾ, ਕੋਈ ਉਹਦੇ ਵਾਸਤੇ ਗਾਣੇ ਗਾਊਗਾ। ਇਹ ਚੀਜ਼ਾਂ ਨੈਚੁਰਲੀ ਇਵੋਲਵ ਹੁੰਦੀਆਂ ਨੇ ਨਾ, ਫਿਰ ਇਹਦਾ ਮਤਲਬ ਜੋ ਜਿਵੇਂ ਜਿਵੇਂ ਆਪਣੀ ਇਕਨੋਮੀ ਦਾ ਬੈਲੈਂਸ ਸੈੱਟ ਆਪਣੇ ਆਪ ਹੁੰਦਾ ਨਾ, ਫਿਰ ਮਤਲਬ ਇਹ ਤਾਂ ਨਹੀਂ ਕਿ ਇਹਨੂੰ ਜ਼ਬਰਦਸਤੀ ਸੈੱਟ ਕੀਤਾ ਜਾਵੇ, ਇਹ ਤਾਂ ਆਪਣੇ ਆਪ ਸੈੱਟ ਹੋਏਗਾ ਓਵਰ ਦਾ ਟਾਈਮ। ਕਹਿ ਰਿਹਾ ਨਾ, ਹੁਣ ਪ੍ਰੋਬਲਮ ਕੀ ਆ ਕਿ ਆਪਾਂ ਡੈਮੋਕ੍ਰੇਸੀ 'ਚ ਰਹਿੰਦੇ ਆ, ਤੇ ਡੈਮੋਕ੍ਰੇਸੀ ਸਿੱਧੀ ਕੀ ਹੁੰਦੀ ਆ ਨਾ, 51 ਗਧਿਆਂ ਦਾ 49 ਘੋੜਿਆਂ ਤੇ ਰਾਜ ਹੁੰਦਾ। ਇੱਥੇ 'ਚ ਕੋਈ ਮੋਰੈਲਿਟੀ ਨਹੀਂ, ਕੋਈ ਲੌਜਿਕ ਨਹੀਂ, ਸਿੰਪਲ ਆ, 51 ਗਧੇ ਹੋਣ ਚਾਹੇ 51 ਘੋੜੇ ਹੋਣ, ਤੁਸੀਂ 51 ਸਹੀ ਨੇ। ਹੁਣ ਕੀ ਹੋ ਗਿਆ, ਜਿਵੇਂ ਜਿਵੇਂ ਇਕਨੋਮੀਆਂ ਡਿਵੈਲਪ ਹੋ ਕੇ ਵੱਡੀਆਂ ਹੋਈਆਂ ਨੇ, ਉਹਦੇ 'ਚ ਕੀ ਹੋਇਆ, ਕੁਝ ਲੋਕ ਜਿਹੜੇ ਨੇ ਉਹ ਤਾਂ ਬਣ ਗਏ ਨੇ ਸਰਵਿਸ ਸੈਕਟਰ ਦੇ ਰਾਜੇ, ਡਾਟਾ ਦੇ ਮਾਲਿਕ, ਪੈਟਰੋਲੀਅਮ ਕੰਪਨੀਜ਼ ਦੇ ਮਾਲਿਕ, ਠੀਕ ਆ, ਜਿਹੜੇ ਵੱਡੇ ਕੋਈ ਟੈਲੀਕਾਮ ਕੰਪਨੀ ਦਾ ਮਾਲਿਕ। ਹੁਣ ਜਿਹੜੇ 51 ਗਧੇ ਨੇ ਨਾ, ਉਹ ਸਾਰੇ ਆਹੀ ਕੰਮ ਕਰ ਰਹੇ ਨੇ ਜੋ ਆਪਾਂ ਕਰ ਰਹੇ ਆ ਇਸ ਟਾਈਮ ਬੈਠ ਕੇ, ਤੇ ਅਸੀਂ ਵੀ ਗਧਿਆਂ ਚ ਤੇ ਕੰਟੈਂਟ ਬਣਾ ਰਿਹਾ ਕੋਈ ਬੈਠ ਕੇ, ਠੀਕ ਆ, ਕੋਈ ਬਾਲ ਕੱਟ ਰਿਹਾ, ਕੋਈ ਕਾਫੀ ਸ਼ਾਪ ਖੋਲ ਕੇ ਬਹਿ ਗਿਆ, ਜਿੱਥੇ ਕਿ ਤੁਹਾਡੇ ਸਰਵਾਈਵਲ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਿੰਨਾ ਵੀ ਸਰਵਾਈਵਲ ਵਾਸਤੇ ਜ਼ਰੂਰੀ ਚੀਜ਼ਾਂ ਸੀਗੀਆਂ, ਉਹ ਸੈਕਟਰ ਕਿਹੜੇ ਨੇ? ਫੂਡ, ਰੋਟੀ, ਕੱਪੜਾ ਔਰ ਮਕਾਨ, ਸਿੰਪਲ, ਠੀਕ ਆ। ਉਹ ਤਿੰਨੋਂ ਸੈਗਮੈਂਟ ਆਲਰੇਡੀ ਨਾਲ ਡੇਟਾ ਅੱਜ ਕੱਲ ਤਾਂ, ਹਾਂ ਡੇਟਾ ਵੀ ਆ ਗਿਆ, ਰੋਟੀ, ਕੱਪੜਾ, ਮਕਾਨ ਤੇ ਡੇਟਾ। ਤਾਂ ਹੁਣ ਕੀ ਹੋ ਗਿਆ ਨਾ, ਹੁਣ 51 ਜਿਹੜੇ ਗਧੇ ਨੇ ਉਹਨਾਂ ਨੂੰ ਟਿਕਾਣਾ, ਸਮਝ ਰਹੇ ਹੋ? ਮੇਰਾ ਮੰਨਣਾ ਕਿ ਜਿਹੜਾ ਪੋਲੀਟੀਸ਼ੀਅਨ 51 ਗਧਿਆਂ ਨੂੰ ਟਿਕਾ ਸਕਦਾ, ਹੁਣ ਟਿਕਾਣ ਦੇ 2 ਤਰੀਕੇ ਨੇ। ਇੱਕ ਤਰੀਕਾ ਜੋ ਯੂਰਪ 'ਚ ਯੂਜ਼ ਕੀਤਾ ਜਾ ਰਿਹਾ, ਉਹਨੂੰ ਬੋਲਦੇ ਨੇ ਯੂਨੀਵਰਸਲ ਬੇਸਿਕ ਇਨਕਮ,
ਹੈ ਉਹ ਕੀ ਕਹਿ ਰਹੇ ਨੇ ਕਿ ਜਿੰਨੀ ਵੀ ਟੈਕਨੋਲੋਜੀ ਨਾਲ ਮੰਨੋਗੇ ਹੁਣ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਜ਼ਬਰਦਸਤੀ ਘਰਾਂ ਚੋਂ ਨਿਕਲੋ ਤੇ ਆਫਿਸ ਆਓ ਤਾਂ ਕਿ ਕਾਫੀ ਸ਼ਾਪਸ ਚੱਲਣ, ਠੀਕ ਆ ਨਾ, ਉਹ ਸਲੂਨਸ ਚੱਲਣਗੇ। ਕਿ ਯੂਰਪ 'ਚ ਕੀ ਕੀਤਾ ਗਿਆ ਕਿ ਜਿੰਨੀ ਵੀ ਟੈਕਨੋਲੋਜੀ ਤੋਂ ਜਿੰਨਾ ਵੀ ਬੈਨੀਫਿਟ ਆਊਗਾ ਉਹਨਾਂ ਨੇ ਇਕੁਅਲੀ ਸਾਰੇ ਲੋਕਾਂ ਦੇ ਵਿੱਚ ਉਹਨੂੰ ਪੈਸਾ ਵੰਡਤਾ। ਸਮਝੇ, ਯੂਨੀਵਰਸਲ ਬੇਸਿਕ ਇਨਕਮ ਦੀ ਗੱਲ ਕਰ ਹਾਂ ਯੂਨੀਵਰਸਲ ਬੇਸਿਕ ਇਨਕਮ ਦੇਤੀ। ਤੇ ਪਰ ਉਸੇ ਪਾਸੇ ਇੰਡੀਆ 'ਚ ਕੀ ਹੋਇਆ ਮੈਂ ਤੁਹਾਨੂੰ ਦੱਸਾਂ, ਇੰਡੀਆ 'ਚ ਜਦੋਂ ਫਾਸਟੈਗ ਲੱਗੇ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਰਿਪਲੇਸ ਕੀਤਾ ਇੱਕ ਟੋਲ ਟੈਕਸ ਤੇ ਇੱਕ ਕੁੜੀ ਜਾਂ ਮੁੰਡੇ ਨੂੰ ਜਿਹੜੇ ਟੋਲ ਟੈਕਸ ਕੱਟਦੇ ਸੀਗੇ, ਤਾਂ ਜਿੰਨੀ ਵੀ ਬਚਤ ਹੋਈ ਆ ਸਾਨੂੰ ਉਹਦਾ 1 ਰੁਪਈਆ ਵੀ ਬੈਨੀਫਿਟ ਨਹੀਂ ਮਿਲਿਆ, ਉਹ ਸਾਰਾ ਬੈਨੀਫਿਟ ਓਨਰ ਨੂੰ ਗਿਆ। ਐਫੀਸ਼ੀਐਂਸੀ ਆਈ ਆ, ਨੋ ਡਾਊਟ ਐਫੀਸ਼ੀਐਂਸੀ ਆਈ ਆ। ਕੀ ਉਸ ਐਫੀਸ਼ੀਐਂਸੀ ਦਾ ਫਾਇਦਾ ਗਵਰਨਮੈਂਟ ਨੇ ਕਿਹਨੂੰ ਦਿੱਤਾ? ਜਨਰਲ ਪਬਲਿਕ ਨੂੰ ਦਿੱਤਾ ਕਿ ਉਸ ਟੋਲ ਟੈਕਸ ਦੇ ਮਾਲਿਕ ਨੂੰ ਦਿੱਤਾ? ਇੰਡੀਆ 'ਚ ਮਾਲਿਕ ਨੂੰ ਦਿੱਤਾ ਗਿਆ, ਸਵਿਟਜ਼ਰਲੈਂਡ 'ਚ ਜਨਤਾ ਨੂੰ ਦਿੱਤਾ ਗਿਆ। ਜੇ ਜਨਤਾ ਨੂੰ ਟੈਕਨੋਲੋਜੀ ਦਾ ਫਾਇਦਾ ਦਿੱਤਾ ਜਾਊਗਾ, ਕਿਉਂ ਜਨਤਾ ਪਾਗਲ ਆ ਕਿ ਧੱਕੇ ਨਾਲ ਯਾਰ ਤੁਸੀਂ ਜੇ ਤੁਹਾਨੂੰ ਕਿਉਂ ਕਾਫੀ ਸ਼ਾਪ ਖੋਲ ਰਹੇ ਹੋ, ਤੁਸੀਂ ਕਿਉਂ ਆਪਾਂ ਕੰਟੈਂਟ ਬਣਾ ਰਹੇ ਆ? ਰੀਜ਼ਨ ਇਸ ਵਾਸਤੇ ਆ ਕਿਉਂਕਿ ਸਾਡੇ ਘਰ ਉਸ ਤੇ ਚੱਲਣਗੇ। ਜੇ ਘਰ ਚੱਲਣ ਦੀ ਸਹੂਲਤ ਗਵਰਨਮੈਂਟ ਦੇ ਦੇਵੇ ਤਾਂ ਕਿਉਂ ਸੜਕਾਂ ਤੇ ਆਣਗੇ? ਹੁਣ ਇੱਥੇ ਕੈਨੇਡਾ ਦੇ ਵਿੱਚ ਜਾਂ ਇਹਨੂੰ ਇਮੈਚਿਓਰ ਡੈਮੋਕ੍ਰੇਸੀਆਂ ਕਹਿੰਦੇ ਅਸੀਂ, ਤਾਂ ਉਹ ਕਹਿੰਦੇ ਯੂਰਪ ਇਜ਼ ਅ ਮੈਚਿਓਰ ਡੈਮੋਕ੍ਰੇਸੀ। ਇਹ ਮੋਟਾ ਕੀ ਆ ਨਾ, ਮੋਟਾ ਇਮੈਚਿਓਰ ਮਾਈਂਡ ਜਦੋਂ ਰੂਲ ਕਰਨ ਲੱਗ ਜਾਂਦੇ ਨੇ ਤਾਂ ਉਹ ਫਸ ਜਾਂਦੇ ਨੇ। ਤੁਹਾਡਾ ਕੈਨੇਡਾ ਵੀ ਫਸ ਗਿਆ, ਅਮਰੀਕਾ ਵੀ ਫਸ ਗਿਆ, ਇੰਡੀਆ ਵੀ ਫਸਿਆ ਹੋਇਆ। ਤੇ ਜਿਹੜੇ ਸੈਂਸੀਬਲ ਮਾਈਂਡ ਨੇ, ਜਿੱਥੇ ਮੈਂ ਮੰਨਦਾ ਕਿ ਯੂਰਪ ਦੇ ਜਿਹੜੇ ਕੰਟਰੀਜ਼ ਨੇ, ਸਪੈਸ਼ਲੀ ਉਹ ਸਵੀਡਨ ਜਾਂ ਜਿਹੜੇ ਆ ਸਵਿਟਜ਼ਰਲੈਂਡ ਵਗੈਰਾ ਕੰਟਰੀਜ਼ ਨੇ, ਇੱਥੇ ਇਹ ਲੋਕ ਬਹੁਤ ਹੀ ਮੈਚਿਓਰ ਮਾਈਂਡ ਹੈ ਇਹਨਾਂ ਦਾ, ਤੇ ਇਹਨਾਂ ਦੇ ਡਿਜ਼ਾਈਨਸ ਜਿਹੜੇ ਨੇ ਬਹੁਤ ਅੱਛੇ ਹੁੰਦੇ ਨੇ। ਕਿ ਇਹ ਜਿਹੜਾ ਆਪਣਾ ਓਵਰਆਲ ਪ੍ਰੋਸੈਸ ਆ, ਜਿਹੜਾ ਤੁਹਾਡਾ ਇਕਨੋਮੀ ਰਨ ਕਰ ਰਿਹਾ ਜਾਂ ਕੰਟਰੀ ਨੂੰ ਰਨ ਕਰ ਰਿਹਾ, ਉਹਦਾ ਡਿਜ਼ਾਈਨ 'ਚ ਐਰਰ ਆ। ਹਾਂ, ਓਵਰਆਲ ਡਿਜ਼ਾਈਨ 'ਚ ਐਰਰ ਹੈ। ਪਰ ਤੂੰ ਯੂਰਪ ਨੂੰ ਇੱਕ ਅੱਛਾ ਜਾਂ ਉਹ ਲੈ ਕੇ ਚੱਲਦਾ ਹੈ, ਇੱਕ ਮਾਪਦੰਡ ਦਾ ਉਹ ਲੈ ਕੇ ਚੱਲਦਾ ਹੈ ਕਿ ਕਲਚਰ ਜਾਂ ਸੁਸਾਇਟੀ ਕਹਿ ਲਓ ਉੱਥੇ ਦੀ। ਮੈਂ ਉਹ 'ਚ ਬਹੁਤ ਜ਼ਿਆਦਾ ਅਗਰੀ ਨਹੀਂ ਕਰਦੀ। ਉਹ ਆਪਾਂ ਕਿਸੇ ਹੋਰ ਦਿਨ ਟੌਪਿਕ 'ਤੇ ਰੱਖਾਂਗੇ। ਤੇ ਅੱਜ ਫਿਰ ਆਪਾਂ ਇੱਥੇ ਤੱਕ ਹੀ ਰੱਖਦੇ ਹਾਂ, ਹੁਣ ਕਾਫੀ ਟਾਈਮ ਹੋ ਗਿਆ। ਤੇ ਫਿਰ ਨੈਕਸਟ ਟੌਪਿਕ ਆਪਾਂ ਫਿਰ ਨੈਕਸਟ ਟਾਈਮ ਛੇੜਾਂਗੇ। ਠੀਕ ਹੈ ਜੀ, ਓਕੇ ਜੀ, ਬਾਏ।